ਨਮਸਤੇ। ਪੰਜਾਬੀ ਕਹਾਣੀ ਬਾਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਡੇ ਲਈ ਅਕਬਰ ਅਤੇ ਬੀਰਬਲ ਦੀ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ, ਜਿਸ ਦਾ ਨਾਮ ਹੈ ਪਹਿਲਾ ਮੁਰਗੀ ਆਈ ਜਾਂ ਅੰਡਾ। ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ। ਸਵੇਰੇ ਦਾ ਸਮਾਂ ਸੀ। ਦਿੱਲੀ ਦੇ ਲਾਲ ਕਿਲੇ ਦੇ ਅੰਦਰ ਫੁੱਲਾਂ ਦੀ ਖੁਸ਼ਬੂ ਹਵਾ ਵਿੱਚ ਕੁੱਲੀ ਹੋਈ ਸੀ। ਤੋਤੇ ਚਹਿਕ ਰਹੇ ਸਨ, ਫੁਹਾਰੇ ਚੱਲ ਰਹੇ ਸਨ ਤੇ ਬਾਦਸ਼ਾਹ ਅਕਬਰ ਆਪਣੀ ਆਮ ਦਰਬਾਰ ਦੀ ਤਿਆਰੀ ਕਰ ਰਿਹਾ ਸੀ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਦਰਬਾਰ ਵਿੱਚ ਰੰਗੀਨ ਚਰਚਾਵਾਂ ਹੋਣੀਆਂ ਸਨ, ਪਰ ਅੱਜ ਦਾ ਦਿਨ ਕੁਝ ਵੱਖਰਾ ਸੀ। ਬੀਰਬਲ, ਜੋ ਹਮੇਸ਼ਾ ਆਪਣੇ ਚਤੁਰਾਈ ਭਰੇ ਜਵਾਬਾਂ ਨਾਲ ਸਭ ਨੂੰ ਹੈਰਾਨ ਕਰ ਦਿੰਦਾ ਸੀ, ਕਿਲੇ ਦੇ ਬਾਗ ਵਿੱਚ ਟਹਿਲ ਰਿਹਾ ਸੀ। ਉਸ ਦੇ ਚਿਹਰੇ ਤੇ ਹੌਲੀ-ਹੌਲੀ ਮੁਸਕਾਨ ਸੀ, ਜਿਵੇਂ ਉਹ ਕਿਸੇ ਨਵੇਂ ਸਵਾਲ ਦੀ ਉਡੀਕ ਕਰ ਰਿਹਾ ਹੋਵੇ। ਉਸ ਨੂੰ ਪਤਾ ਸੀ ਕਿ ਬਾਦਸ਼ਾਹ ਅਕਬਰ ਨੂੰ ਕਈ ਵਾਰ ਬਹੁਤ ਅਜੀਬ ਸਵਾਲ ਸੁੱਝ ਜਾਂਦੇ ਹਨ। ਉੱਧਰ ਬਾਦਸ਼ਾਹ ਅਕਬਰ ਆਪਣੀ ਰਾਜਸੀ ਕੁਰਸੀ ਤੇ ਬੈਠੇ ਹੋਏ ਸੋਚ ਵਿੱਚ ਡੁੱਬੇ ਸਨ। ਉਹਨਾਂ ਦੇ ਮਨ ਵਿੱਚ ਇੱਕ ਸਵਾਲ ਘੁੰਮ ਰਿਹਾ ਸੀ, ਜੋ ਸ਼ਾਇਦ ਸਦੀਆਂ ਤੋਂ ਲੋਕਾਂ ਨੂੰ ਹੈਰਾਨ ਕਰਦਾ ਆ ਰਿਹਾ ਸੀ। ਪਹਿਲਾ ਮੁਰਗੀ ਆਈ ਜਾਂ ਅੰਡਾ? ਉਸਨੇ ਆਪਣਾ ਤਾਜ ਠੀਕ ਕੀਤਾ ਤੇ ਹੌਲੀ ਆਵਾਜ਼ ਵਿੱਚ ਕਿਹਾ, ਅੱਜ ਮੈਂ ਦੇਖਦਾ ਹਾਂ ਕਿ ਮੇਰੇ ਮੰਤਰੀਆਂ ਵਿੱਚ ਸਭ ਤੋਂ ਬੁੱਧੀਮਾਨ ਕੌਣ ਹੈ। ਜਦੋਂ ਦਰਬਾਰ ਸਜ ਗਿਆ, ਸਾਰੇ ਮੰਤਰੀ ਆਪਣੇ-ਆਪਣੇ ਅਸਥਾਨਾਂ ਤੇ ਬੈਠ ਗਏ। ਸੋਨੇ ਦੇ ਸਤੰਭਾਂ ਤੋਂ ਝੂਲ ਰਹੀਆਂ ਚਾਂਦੀ ਦੀਆਂ ਚੇਨਾਂ ਦੀ ਖਨਕ ਦਰਬਾਰ ਵਿੱਚ ਗੂੰਜ ਰਹੀ ਸੀ। ਹਰ ਕੋਈ ਬਾਦਸ਼ਾਹ ਦੇ ਮੂੰਹੋਂ ਨਿਕਲਣ ਵਾਲੇ ਸ਼ਬਦਾਂ ਦੀ ਉਡੀਕ ਕਰ ਰਿਹਾ ਸੀ। ਅਕਬਰ ਨੇ ਆਪਣੀ ਤੇਜ਼ ਨਿਗਾਹ ਨਾਲ ਸਾਰੇ ਦਰਬਾਰੀਆਂ ਵੱਲ ਦੇਖਿਆ ਤੇ ਕਿਹਾ, ਮੇਰੇ ਪਿਆਰੇ ਦਰਬਾਰੀਓ, ਅੱਜ ਮੈਂ ਤੁਹਾਡੇ ਲਈ ਇੱਕ ਸਵਾਲ ਲਿਆ ਹਾਂ, ਜਿਸ ਦਾ ਜਵਾਬ ਸ਼ਾਇਦ ਕਿਸੇ ਕੋਲ ਨਹੀਂ। ਦੱਸੋ, ਪਹਿਲਾ ਮੁਰਗੀ ਆਈ ਜਾਂ ਅੰਡਾ? ਦਰਬਾਰ ਵਿੱਚ ਕੁਝ ਪਲਾਂ ਲਈ ਖਾਮੋਸ਼ੀ ਛਾ ਗਈ। ਫਿਰ ਕੁਝ ਮੰਤਰੀ ਆਪਸ ਵਿੱਚ ਕੁਝ ਫੁਸਫੁਸਾਏ। ਕਿਸੇ ਨੇ ਹੌਲੀ ਜਿਹੀ ਹੱਸੀ ਛੱਡੀ। ਸਾਰੇ ਜਾਣਦੇ ਸਨ ਕਿ ਜਦੋਂ ਅਕਬਰ ਐਸਾ ਸਵਾਲ ਪੁੱਛਦਾ ਹੈ ਤਾਂ ਅਕਸਰ ਬੀਰਬਲ ਹੀ ਉਸ ਦਾ ਜਵਾਬ ਦੇ ਸਕਦਾ ਹੈ। ਪਰ ਅਕਬਰ ਨੇ ਹੁਕਮ ਕੀਤਾ, ਨਹੀਂ ਬੀਰਬਲ, ਅੱਜ ਪਹਿਲਾਂ ਹੋਰ ਮੰਤਰੀ ਜਵਾਬ ਦੇਣ, ਤੂੰ ਆਖਿਰ ਵਿੱਚ ਬੋਲਣਾ। ਸਾਰੇ ਮੰਤਰੀ ਕੁਝ ਘਬਰਾਏ। ਪਹਿਲਾਂ ਇੱਕ ਮੰਤਰੀ ਮੁੱਲਾ ਦੋਪਿਆਜ਼ਾ ਅੱਗੇ ਵਧਿਆ। ਉਸਨੇ ਕਿਹਾ, ਜਹਾਂ ਪਨਾਹ, ਮੇਰੀ ਸੋਚ ਹੈ ਕਿ ਪਹਿਲਾ ਅੰਡਾ ਆਇਆ, ਕਿਉਂਕਿ ਹਰ ਜੀਵ ਅੰਡੇ ਤੋਂ ਹੀ ਜੰਮਦਾ ਹੈ। ਅਕਬਰ ਨੇ ਪੁੱਛਿਆ, ਫਿਰ ਉਹ ਅੰਡਾ ਕਿਸਨੇ ਦਿੱਤਾ ਜਦ ਮੁਰਗੀ ਹੀ ਨਹੀਂ ਸੀ? ਮੁੱਲਾ ਦੋਪਿਆਜ਼ਾ ਚੁੱਪ ਕਰ ਗਿਆ। ਦਰਬਾਰੀਆਂ ਵਿੱਚੋਂ ਹੌਲੀ-ਹੌਲੀ ਹੱਸਣ ਦੀ ਆਵਾਜ਼ ਆਈ। ਫਿਰ ਦੂਜਾ ਮੰਤਰੀ ਬੋਲਿਆ, ਹਜ਼ੂਰ, ਮੇਰੀ ਰਾਏ ਹੈ ਕਿ ਪਹਿਲਾ ਮੁਰਗੀ ਆਈ, ਕਿਉਂਕਿ ਜੇ ਮੁਰਗੀ ਨਾ ਹੁੰਦੀ ਤਾਂ ਅੰਡਾ ਕਿਵੇਂ ਆਉਂਦਾ? ਅਕਬਰ ਮੁਸਕਰਾਇਆ ਤੇ ਕਿਹਾ, ਪਰ ਫਿਰ ਮੁਰਗੀ ਕਿੱਥੋਂ ਆਈ ਜੇ ਅੰਡਾ ਨਹੀਂ ਸੀ? ਹੁਣ ਦਰਬਾਰ ਵਿੱਚ ਚਰਚਾ ਚੱਲ ਪਈ। ਕੋਈ ਕਹਿੰਦਾ ਪਹਿਲਾ ਅੰਡਾ, ਕੋਈ ਕਹਿੰਦਾ ਪਹਿਲਾ ਮੁਰਗੀ, ਪਰ ਕਿਸੇ ਕੋਲ ਪੱਕਾ ਤਰਕ ਨਹੀਂ ਸੀ। ਅੰਤ ਵਿੱਚ ਅਕਬਰ ਨੇ ਬੀਰਬਲ ਵੱਲ ਦੇਖਿਆ ਤੇ ਕਿਹਾ, ਹੁਣ ਦੱਸ ਬੀਰਬਲ, ਤੇਰੀ ਰਾਏ ਕੀ ਹੈ? ਪਹਿਲਾ ਮੁਰਗੀ ਆਈ ਜਾਂ ਅੰਡਾ? ਬੀਰਬਲ ਨੇ ਹੌਲੀ ਮੁਸਕਰਾਇਆ, ਆਪਣੀ ਪਗੜੀ ਠੀਕ ਕੀਤੀ ਤੇ ਬਹੁਤ ਸ਼ਾਂਤ ਆਵਾਜ਼ ਵਿੱਚ ਕਿਹਾ, ਜਹਾਂ ਪਨਾਹ, ਜਵਾਬ ਤਾਂ ਬਹੁਤ ਸਾਫ਼ ਹੈ। ਪਹਿਲਾ ਬਾਦਸ਼ਾਹ ਦੀ ਖੁਸ਼ੀ ਆਈ। ਸਾਰਾ ਦਰਬਾਰ ਚੁੱਪ ਹੋ ਗਿਆ। ਅਕਬਰ ਨੇ ਕਿਹਾ, ਬੀਰਬਲ, ਮੈਂ ਤੈਨੂੰ ਪੁੱਛਿਆ ਸੀ ਮੁਰਗੀ ਜਾਂ ਅੰਡਾ, ਤੂੰ ਬਾਦਸ਼ਾਹ ਦੀ ਖੁਸ਼ੀ ਦੀ ਗੱਲ ਕਰ ਰਿਹਾ ਹੈ। ਬੀਰਬਲ ਨੇ ਹੱਸਦੇ ਹੋਏ ਕਿਹਾ, ਹਾਂ ਹਜ਼ੂਰ, ਕਿਉਂਕਿ ਜਦ ਤੱਕ ਬਾਦਸ਼ਾਹ ਖੁਸ਼ ਨਹੀਂ ਹੋਵੇਗਾ, ਦਰਬਾਰ ਵਿੱਚ ਮੁਰਗੀ ਦੀ ਗੱਲ ਹੀ ਕਿਵੇਂ ਆ ਸਕਦੀ ਸੀ? ਇਹ ਸਵਾਲ ਵੀ ਤਾਂ ਤੁਹਾਡੇ ਮਨ ਦੀ ਖੁਸ਼ੀ ਤੋਂ ਹੀ ਜੰਮਿਆ ਹੈ। ਸਾਰਾ ਦਰਬਾਰ ਹੱਸ ਪਿਆ। ਅਕਬਰ ਨੇ ਵੀ ਮੁਸਕਰਾ ਕੇ ਕਿਹਾ, ਤੂੰ ਫਿਰ ਬਚ ਗਿਆ ਬੀਰਬਲ, ਪਰ ਮੈਂ ਹਾਰ ਨਹੀਂ ਮੰਨਦਾ। ਮੈਨੂੰ ਅਸਲੀ ਜਵਾਬ ਚਾਹੀਦਾ ਹੈ। ਕੱਲ ਤੱਕ ਮੇਰੇ ਲਈ ਇਸ ਦਾ ਤਰਕ ਸਮੇਤ ਜਵਾਬ ਲੈ ਕੇ ਆ। ਬੀਰਬਲ ਨੇ ਸਿਰ ਝੁਕਾ ਕੇ ਕਿਹਾ, ਜਿਵੇਂ ਹੁਕਮ, ਜਹਾਂ ਪਨਾਹ। ਉਹ ਰਾਤ ਬੀਰਬਲ ਆਪਣੇ ਆਂਗਨ ਵਿੱਚ ਬੈਠਾ ਸੀ। ਬੀਰਬਲ ਦੇ ਸਾਹਮਣੇ ਇੱਕ ਛੋਟੀ ਚਾਹ ਦੀ ਪਿਆਲੀ ਸੀ, ਪਰ ਉਸ ਦਾ ਧਿਆਨ ਕਿਤੇ ਹੋਰ ਸੀ। ਬਾਦਸ਼ਾਹ ਦਾ ਸਵਾਲ ਉਸ ਦੇ ਮਨ ਵਿੱਚ ਗੂੰਜ ਰਿਹਾ ਸੀ। ਪਹਿਲਾ ਮੁਰਗੀ ਆਈ ਜਾਂ ਅੰਡਾ? ਉਹ ਜਾਣਦਾ ਸੀ ਕਿ ਇਹ ਸਿਰਫ ਮਜ਼ਾਕੀਆ ਸਵਾਲ ਨਹੀਂ ਸੀ। ਇਹ ਅਕਬਰ ਦੀ ਸੋਚ ਦੀ ਗਹਿਰਾਈ ਨੂੰ ਚੁਣੌਤੀ ਸੀ। ਬੀਰਬਲ ਦੀ ਆਦਤ ਸੀ, ਉਹ ਹਰ ਗੱਲ ਦਾ ਤਜਰਬੇ ਨਾਲ ਜਵਾਬ ਲੱਭਦਾ ਸੀ, ਸਿਰਫ ਕਿਤਾਬਾਂ ਜਾਂ ਤਰਕ ਨਾਲ ਨਹੀਂ। ਅਗਲੇ ਸਵੇਰੇ ਉਸਨੇ ਆਪਣਾ ਸਧਾਰਨ ਵੇਸ਼ ਪਹਿਨਿਆ,
ਆਪਣੇ ਵਿਸ਼ਵਾਸਪਾਤੀ ਸਹਾਇਕ ਰਾਮੂ ਨੂੰ ਸਾਥ ਲਿਆ ਤੇ ਰਾਜਧਾਨੀ ਤੋਂ ਬਾਹਰ ਦੇ ਇੱਕ ਪਿੰਡ ਵੱਲ ਨਿਕਲ ਪਿਆ। ਪਿੰਡ ਦਾ ਨਾਮ ਸੀ ਚਿਕਣੀਪੁਰਾ। ਨਾਮ ਹੀ ਮਜ਼ੇਦਾਰ ਸੀ ਕਿਉਂਕਿ ਇੱਥੇ ਮੁਰਗੀਆਂ ਦੀ ਪਾਲਣਾ ਹੀ ਮੁੱਖ ਕੰਮ ਸੀ। ਰਸਤੇ ਵਿੱਚ ਰਾਮੂ ਨੇ ਪੁੱਛਿਆ, ਸਾਹਿਬ, ਤੁਸੀਂ ਇਨ੍ਹਾਂ ਛੋਟੇ ਜਿਹੇ ਜੀਵਾਂ ਲਈ ਕਿੰਨੀ ਦੂਰ ਆ ਰਹੇ ਹੋ? ਕੀ ਅਸੀਂ ਸਿੱਧਾ ਕਿਸੇ ਪੰਡਿਤ ਕੋਲ ਨਹੀਂ ਜਾ ਸਕਦੇ ਸੀ ਜਿਹੜਾ ਕਹਿ ਦੇਵੇ ਕਿ ਪਹਿਲਾਂ ਇਹ ਆਇਆ ਜਾਂ ਉਹ? ਬੀਰਬਲ ਨੇ ਹੌਲੀ ਹੱਸਿਆ ਤੇ ਕਿਹਾ, ਰਾਮੂ, ਸੱਚਾਈ ਕਿਤਾਬਾਂ ਵਿੱਚ ਨਹੀਂ, ਲੋਕਾਂ ਦੀ ਜ਼ਿੰਦਗੀ ਵਿੱਚ ਹੁੰਦੀ ਹੈ। ਮੈਂ ਉਹ ਦੇਖਣਾ ਹੈ ਜੋ ਅੱਖੀਂ ਸਮਝ ਆਵੇ। ਪਿੰਡ ਪਹੁੰਚ ਕੇ ਬੀਰਬਲ ਨੇ ਇੱਕ ਮੁਰਗੀ ਪਾਲਣ ਵਾਲੇ ਤਨੂ ਰਾਮ ਦੇ ਘਰ ਦਾ ਰੁਖ ਕੀਤਾ। ਉੱਥੇ ਦਰਜਨਾਂ ਮੁਰਗੀਆਂ, ਬੱਚੇ ਤੇ ਅੰਡੇ ਹਰ ਪਾਸੇ ਸਨ। ਬੀਰਬਲ ਨੇ ਤਨੂ ਰਾਮ ਨਾਲ ਗੱਲਬਾਤ ਸ਼ੁਰੂ ਕੀਤੀ। ਬੀਰਬਲ, ਤਨੂ ਰਾਮ, ਦੱਸੋ, ਤੁਹਾਡੇ ਲਈ ਮੁਰਗੀ ਜ਼ਿਆਦਾ ਕੀਮਤੀ ਹੈ ਜਾਂ ਅੰਡਾ? ਤਨੂ ਰਾਮ ਹੱਸ ਕੇ ਬੋਲਿਆ, ਸਾਹਿਬ, ਇਹ ਤਾਂ ਐਨਾ ਹੀ ਹੈ ਜਿਵੇਂ ਪੁੱਛੋ, ਸਾਹ ਲੈਣਾ ਜ਼ਿਆਦਾ ਕੀਮਤੀ ਹੈ ਜਾਂ ਹਵਾ? ਦੋਵੇਂ ਇੱਕ ਦੂਜੇ ਤੋਂ ਬਿਨਾਂ ਨਹੀਂ, ਪਰ ਜੇ ਮੈਂ ਚੋਣ ਕਰਾਂ ਤਾਂ ਮੁਰਗੀ, ਕਿਉਂਕਿ ਉਹ ਹਰ ਰੋਜ਼ ਨਵੇਂ ਅੰਡੇ ਦਿੰਦੀ ਹੈ। ਬੀਰਬਲ ਨੇ ਹੌਲੀ-ਹੌਲੀ ਸਿਰ ਹਿਲਾਇਆ। ਉਹ ਕੁਝ ਸਮਾਂ ਉੱਥੇ ਰਿਹਾ, ਮੁਰਗੀਆਂ ਦੇ ਵਤੀਰੇ ਨੂੰ ਦੇਖਦਾ ਰਿਹਾ। ਫਿਰ ਉਸਨੇ ਕੁਝ ਅੰਡੇ ਆਪਣੇ ਨਾਲ ਲੈ ਲਏ ਤੇ ਪਿੰਡ ਦੇ ਪੰਡਿਤ ਕੋਲ ਗਿਆ। ਪੰਡਿਤ ਜੀ ਦਰਖਤ ਹੇਠ ਬੈਠੇ ਧਿਆਨ ਕਰ ਰਹੇ ਸਨ। ਬੀਰਬਲ ਨੇ ਨਮਸਕਾਰ ਕੀਤੀ ਤੇ ਪੁੱਛਿਆ, ਪੰਡਿਤ ਜੀ, ਧਰਮ ਸ਼ਾਸਤਰਾਂ ਅਨੁਸਾਰ ਦੱਸੋ, ਜਗਤ ਦੀ ਰਚਨਾ ਵਿੱਚ ਪਹਿਲਾਂ ਕਿਹੜੀ ਚੀਜ਼ ਆਈ ਹੋਵੇਗੀ, ਮੁਰਗੀ ਜਾਂ ਅੰਡਾ? ਪੰਡਿਤ ਜੀ ਨੇ ਆਪਣੀ ਦਾੜੀ ਸੁਲਾਈ, ਅੱਖਾਂ ਮੀਟੀਆਂ ਤੇ ਬੋਲੇ, ਪੁੱਤਰ, ਹਰ ਜੀਵ ਕਿਸੇ ਮੂਲ ਤੱਤ ਤੋਂ ਬਣਿਆ। ਰਚਨਾ ਪਹਿਲਾਂ ਜੀਵ ਦੀ ਹੋਈ, ਰੂਪ ਬਾਅਦ ਵਿੱਚ ਆਇਆ। ਇਸ ਲਈ ਪਹਿਲਾਂ ਜੀਵ ਆਇਆ, ਫਿਰ ਉਸ ਦੀ ਪੈਦਾਇਸ਼ ਦੇ ਸਾਧਨ। ਬੀਰਬਲ ਨੂੰ ਕੁਝ ਸਮਝ ਆਈ। ਉਸਨੇ ਮਨ ਵਿੱਚ ਸੋਚਿਆ, ਜੇ ਪਹਿਲਾਂ ਜੀਵ ਦੀ ਆਤਮਾ ਆਈ ਤਾਂ ਸ਼ਾਇਦ ਮੁਰਗੀ ਪਹਿਲਾਂ ਆਈ ਹੋਵੇਗੀ। ਪਰ ਉਹ ਜਾਣਦਾ ਸੀ ਕਿ ਬਾਦਸ਼ਾਹ ਅਕਬਰ ਸਿਰਫ ਧਾਰਮਿਕ ਜਵਾਬ ਤੋਂ ਸੰਤੁਸ਼ਟ ਨਹੀਂ ਹੋਵੇਗਾ, ਉਸਨੂੰ ਤਰਕ ਤੇ ਮਿਸਾਲਾਂ ਚਾਹੀਦੀਆਂ ਸਨ। ਸ਼ਾਮ ਹੋਣ ਵਾਲੀ ਸੀ। ਬੀਰਬਲ ਨੇ ਪਿੰਡ ਦੇ ਬੱਚਿਆਂ ਨੂੰ ਖੇਡਦਿਆਂ ਦੇਖਿਆ। ਇੱਕ ਬੱਚਾ ਅੰਡੇ ਨੂੰ ਰੇਤ ਵਿੱਚ ਰੱਖ ਕੇ ਉਸ ਨੂੰ ਗਰਮ ਕਰ ਰਿਹਾ ਸੀ, ਦੂਜਾ ਮੁਰਗੀ ਦਾ ਪਿੱਛਾ ਕਰ ਰਿਹਾ ਸੀ। ਬੀਰਬਲ ਦੇ ਚਿਹਰੇ ਤੇ ਇੱਕ ਚਮਕ ਆਈ। ਉਹ ਬੋਲਿਆ, ਹਾਂ, ਜਵਾਬ ਮਿਲ ਗਿਆ। ਅਗਲੇ ਸਵੇਰੇ ਦਰਬਾਰ ਹਮੇਸ਼ਾ ਦੀ ਤਰ੍ਹਾਂ ਸਜਿਆ ਸੀ, ਪਰ ਅੱਜ ਕੁਝ ਖਾਸ ਉਤਸ਼ਾਹ ਸੀ। ਹਰ ਦਰਬਾਰੀ ਬੇਸਬਰੀ ਨਾਲ ਬੀਰਬਲ ਦੀ ਉਡੀਕ ਕਰ ਰਿਹਾ ਸੀ। ਸਭ ਨੂੰ ਪਤਾ ਸੀ ਕਿ ਬੀਰਬਲ ਰਾਤ ਭਰ ਸੋਚਦਾ ਰਿਹਾ ਹੈ ਅਤੇ ਹੁਣ ਜਵਾਬ ਲੈ ਕੇ ਆਵੇਗਾ, ਪਰ ਕਿਹੋ ਜਿਹਾ ਜਵਾਬ? ਕਿਸੇ ਨੂੰ ਪਤਾ ਨਹੀਂ ਸੀ। ਅਕਬਰ ਤਖਤ ਤੇ ਬੈਠੇ ਚੰਦ ਦੀ ਰੌਸ਼ਨੀ ਵਿੱਚ ਚਮਕਦੇ ਆਪਣੇ ਤਾਜ ਨੂੰ ਸਲਾਉਂਦੇ ਹੋਏ ਬੋਲੇ, ਅੱਜ ਵੇਖਦੇ ਹਾਂ ਬੀਰਬਲ ਦੀ ਅਕਲ ਕਿੰਨੀ ਦੂਰ ਤੱਕ ਦੌੜਦੀ ਹੈ। ਉਸੇ ਵੇਲੇ ਦਰਬਾਰ ਦੇ ਦਰਵਾਜ਼ੇ ਖੁੱਲੇ ਤੇ ਬੀਰਬਲ ਅੰਦਰ ਦਾਖਲ ਹੋਇਆ। ਹੱਥ ਵਿੱਚ ਇੱਕ ਚੋਲਾ ਤੇ ਚਿਹਰੇ ਤੇ ਹਮੇਸ਼ਾ ਵਾਲੀ ਸੰਤੁਲਿਤ ਮੁਸਕਾਨ। ਜਹਾਂ ਪਨਾਹ, ਬੀਰਬਲ ਨੇ ਸਿਰ ਝੁਕਾਇਆ, ਤੁਹਾਡੇ ਸਵਾਲ ਦਾ ਜਵਾਬ ਮੇਰੇ ਕੋਲ ਹੈ, ਪਰ ਪਹਿਲਾਂ ਮੈਂ ਤੁਹਾਨੂੰ ਕੁਝ ਦਿਖਾਉਣਾ ਚਾਹੁੰਦਾ ਹਾਂ। ਅਕਬਰ ਨੇ ਇਸ਼ਾਰਾ ਕੀਤਾ, ਦਿਖਾਓ। ਬੀਰਬਲ ਨੇ ਚੋਲੇ ਵਿੱਚੋਂ ਇੱਕ ਛੋਟਾ ਟੋਕਰਾ ਕੱਢਿਆ। ਉਸ ਵਿੱਚ ਇੱਕ ਮੁਰਗੀ ਤੇ ਇੱਕ ਅੰਡਾ ਰੱਖਿਆ ਸੀ। ਦਰਬਾਰ ਵਿੱਚ ਹੌਲੀ-ਹੌਲੀ ਹਾਸੀ ਦੀ ਲਹਿਰ ਦੌੜੀ। ਇਹ ਤਾਂ ਅਸੀਂ ਪਹਿਲਾਂ ਵੀ ਦੇਖ ਚੁੱਕੇ ਹਾਂ, ਬੀਰਬਲ, ਅਕਬਰ ਨੇ ਹੱਸਦੇ ਹੋਏ ਕਿਹਾ, ਪਰ ਇਸ ਨਾਲ ਸਵਾਲ ਦਾ ਜਵਾਬ ਕਿੱਥੇ ਹੈ? ਬੀਰਬਲ ਨੇ ਕਿਹਾ, ਜਹਾਂਪਨਾਹ, ਅੱਜ ਮੈਂ ਤੁਹਾਨੂੰ ਇੱਕ ਛੋਟਾ ਪ੍ਰਯੋਗ ਦਿਖਾਵਾਂਗਾ ਜਿਸ ਨਾਲ ਇਹ ਗੁੰਝਲ ਖੁੱਲ੍ਹ ਜਾਵੇਗੀ। ਉਸਨੇ ਮੁਰਗੀ ਨੂੰ ਦਰਬਾਰ ਦੇ ਵਿਚਕਾਰ ਛੱਡਿਆ। ਮੁਰਗੀ ਆਰਾਮ ਨਾਲ ਟਹਿਲਦੀ ਹੋਈ ਗਈ ਤੇ ਅੰਡੇ ਨੂੰ ਚੁੰਝ ਨਾਲ ਠੋਗਣ ਲੱਗੀ। ਦਰਬਾਰੀਆਂ ਹੱਸਣ ਲੱਗੇ। ਦੇਖੋ ਜਹਾਂਪਨਾਹ, ਬੀਰਬਲ ਬੋਲਿਆ, ਮੁਰਗੀ ਅੰਡੇ ਨੂੰ ਆਪਣਾ ਬਣਾਉਂਦੀ ਹੈ। ਇਹ ਅੰਡਾ ਉਸ ਤੋਂ ਬਿਨਾਂ ਬੇਮਤਲਬ ਹੈ। ਅੰਡੇ ਦਾ ਮਤਲਬ ਤਾਂ ਤਦੋਂ ਹੈ ਜਦੋਂ ਮੁਰਗੀ ਉਸ ਨੂੰ ਜਨਮ ਦੇਵੇ ਜਾਂ ਸੰਭਾਲੇ। ਅਕਬਰ ਨੇ ਕਿਹਾ, ਪਰ ਬੀਰਬਲ, ਇਹ ਤਾਂ ਕੁਦਰਤ ਦਾ ਚੱਕਰ ਹੈ। ਜਿਵੇਂ ਇੱਕ ਰੁੱਖ ਦਾ ਬੀਜ ਰੁੱਖ ਤੋਂ ਆਉਂਦਾ ਹੈ ਤੇ ਰੁੱਖ ਬੀਜ ਤੋਂ। ਦੋਵੇਂ ਵਿੱਚੋਂ ਪਹਿਲਾਂ ਕਿਹੜਾ ਆਇਆ? ਬੀਰਬਲ ਨੇ ਮੁਸਕਰਾਉਂਦੇ ਹੋਏ ਕਿਹਾ, ਜਹਾਂਪਨਾਹ, ਬੀਜ ਤਾਂ ਤਦੋਂ ਹੀ ਹੁੰਦਾ ਹੈ ਜਦੋਂ ਰੁੱਖ ਬਣਨ ਲਈ ਧਰਤੀ ਤਿਆਰ ਹੋਵੇ। ਉਸੇ ਤਰ੍ਹਾਂ ਅੰਡਾ ਉਦੋਂ ਹੀ ਅਰਥ ਰੱਖਦਾ ਹੈ ਜਦ ਮੁਰਗੀ ਮੌਜੂਦ ਹੋਵੇ। ਇਸ ਲਈ ਪਹਿਲਾਂ ਮੌਜੂਦਗੀ ਆਈ, ਰੂਪ ਬਾਅਦ ਵਿੱਚ।
ਅਕਬਰ ਕੁਝ ਸੋਚਣ ਲੱਗੇ। ਦਰਬਾਰ ਚੁੱਪ ਸੀ। ਬੀਰਬਲ ਨੇ ਅੱਗੇ ਕਿਹਾ, ਜੇ ਅਸੀਂ ਤਰਕ ਨਾਲ ਸੋਚੀਏ ਤਾਂ ਮੁਰਗੀ ਹੀ ਪਹਿਲਾਂ ਆਈ, ਕਿਉਂਕਿ ਰਚਨਾ ਨੇ ਪਹਿਲਾ ਜੀਵ ਬਣਾਇਆ, ਫਿਰ ਉਸ ਦੀ ਪੈਦਾਇਸ਼ ਦਾ ਸਾਧਨ। ਪਰ ਜੇ ਅਸੀਂ ਗਿਆਨ ਨਾਲ ਸੋਚੀਏ ਤਾਂ ਦੋਵੇਂ ਇੱਕ ਦੂਜੇ ਤੋਂ ਅਲੱਗ ਨਹੀਂ। ਮੁਰਗੀ ਅੰਡੇ ਦੀ ਮਾਂ ਹੈ, ਪਰ ਅੰਡਾ ਮੁਰਗੀ ਦਾ ਭਵਿੱਖ। ਜਿਵੇਂ ਰਾਜਾ ਤੇ ਪ੍ਰਜਾ। ਬੀਰਬਲ ਨੇ ਕਿਹਾ, ਰਾਜਾ ਤੋਂ ਬਿਨਾਂ ਪ੍ਰਜਾ ਨਹੀਂ, ਪਰ ਪ੍ਰਜਾ ਤੋਂ ਬਿਨਾਂ ਰਾਜਾ ਵੀ ਨਹੀਂ। ਦੋਵੇਂ ਮਿਲ ਕੇ ਹੀ ਰਾਜ ਬਣਦਾ ਹੈ। ਇਹ ਸੁਣ ਕੇ ਦਰਬਾਰ ਗੂੰਜ ਉੱਠਿਆ। ਵਾਹ ਬੀਰਬਲ, ਵਾਹ! ਪਰ ਅਕਬਰ ਹਾਲੇ ਵੀ ਮੁਸਕਰਾਉਂਦੇ ਹੋਏ ਪੁੱਛਦੇ ਹਨ, ਤੂੰ ਮੇਰੀ ਅਕਲ ਨਾਲ ਖੇਡ ਰਿਹਾ ਹੈ। ਬੀਰਬਲ, ਮੈਂ ਸਿੱਧਾ ਜਵਾਬ ਚਾਹੁੰਦਾ ਹਾਂ। ਪਹਿਲਾਂ ਕੌਣ ਆਇਆ? ਬੀਰਬਲ ਨੇ ਥੋੜਾ ਠਹਿਰ ਕੇ ਕਿਹਾ, ਜਹਾਂ-ਪਨਾਹ, ਜੇ ਤੁਸੀਂ ਰਾਜਾ ਹੋ ਤਾਂ ਪਹਿਲਾਂ ਤੁਹਾਡਾ ਹੁਕਮ ਆਉਂਦਾ ਹੈ ਜਾਂ ਤੁਹਾਡਾ ਕਾਰਜ? ਅਕਬਰ ਨੇ ਸੋਚ ਕੇ ਕਿਹਾ, ਹੁਕਮ। ਬਿਲਕੁਲ। ਬੀਰਬਲ ਨੇ ਕਿਹਾ, ਤਾਂ ਜਿਵੇਂ ਹੁਕਮ ਪਹਿਲਾਂ ਹੁੰਦਾ ਹੈ ਤੇ ਕਾਰਜ ਬਾਅਦ, ਉਸੇ ਤਰ੍ਹਾਂ ਕੁਦਰਤ ਨੇ ਪਹਿਲਾ ਜੀਵ ਬਣਾਇਆ, ਮੁਰਗੀ, ਫਿਰ ਉਸ ਤੋਂ ਪੈਦਾਇਸ਼ ਦਾ ਤਰੀਕਾ, ਅੰਡਾ। ਦਰਬਾਰ ਇੱਕ ਵਾਰੀ ਫਿਰ ਤਾਲੀਆਂ ਨਾਲ ਗੂੰਜ ਗਿਆ। ਅਕਬਰ ਹੱਸ ਪਏ ਤੇ ਕਿਹਾ, ਬੀਰਬਲ, ਤੂੰ ਸਿਰਫ ਅਕਲਮੰਦ ਨਹੀਂ, ਦਿਲਚਸਪ ਵੀ ਹੈ। ਤੂੰ ਜਵਾਬ ਨੂੰ ਤਰਕ, ਉਦਾਹਰਣ ਤੇ ਹਾਸੇ ਨਾਲ ਜੋੜ ਦਿੱਤਾ। ਮੇਰੀ ਜਿਗਿਆਸਾ ਹੁਣ ਸ਼ਾਂਤ ਹੈ। ਬੀਰਬਲ ਨੇ ਥੋੜਾ ਝੁਕ ਕੇ ਕਿਹਾ, ਜਹਾਂ-ਪਨਾਹ, ਜਵਾਬ ਹਮੇਸ਼ਾ ਸਵਾਲ ਤੋਂ ਵੱਡਾ ਨਹੀਂ ਹੁੰਦਾ, ਪਰ ਜੇ ਸੋਚ ਸਹੀ ਹੋਵੇ ਤਾਂ ਸਵਾਲ ਖੁਦ ਜਵਾਬ ਬਣ ਜਾਂਦਾ ਹੈ। ਅਕਬਰ ਨੇ ਖੁਸ਼ ਹੋ ਕੇ ਐਲਾਨ ਕੀਤਾ, ਅੱਜ ਤੋਂ ਬੀਰਬਲ ਨੂੰ ਰਾਜ ਅਰਥਦਰਸ਼ੀ ਦਾ ਖਿਤਾਬ ਮਿਲੇਗਾ, ਕਿਉਂਕਿ ਇਸਨੇ ਤਰਕ ਨੂੰ ਜੀਵਨ ਦੇ ਸਬਕ ਵਿੱਚ ਬਦਲ ਦਿੱਤਾ। ਬੀਰਬਲ ਦੀ ਗੱਲ ਦਰਬਾਰ ਵਿੱਚ ਖਤਮ ਹੋ ਗਈ ਸੀ, ਪਰ ਉਸ ਦਾ ਅਸਰ ਦਰਬਾਰ ਦੀਆਂ ਚਾਰ ਦੀਵਾਰਾਂ ਤੋਂ ਕਾਫੀ ਪਰੇ ਤੱਕ ਗਿਆ। ਅਕਬਰ ਨੇ ਤਾਂ ਉਸ ਨੂੰ ਖਿਤਾਬ ਦੇ ਦਿੱਤਾ ਸੀ, ਪਰ ਅਗਲੇ ਕੁਝ ਦਿਨਾਂ ਵਿੱਚ ਸਾਰਾ ਸ਼ਹਿਰ ਉਸ ਦੀ ਉਸ ਗੱਲ ਬਾਰੇ ਗੱਲ ਕਰ ਰਿਹਾ ਸੀ। ਦਿੱਲੀ ਦੇ ਬਾਜ਼ਾਰਾਂ ਵਿੱਚ, ਚਾਹ ਦੀਆਂ ਦੁਕਾਨਾਂ ਤੇ, ਨਾਈ ਦੀਆਂ ਹਜਾਮਤ ਦੀਆਂ ਗੱਲਾਂ ਵਿੱਚ, ਹਰ ਥਾਂ ਸਿਰਫ ਇੱਕ ਚਰਚਾ ਸੀ। ਲੋਕ ਆਪਣੀ-ਆਪਣੀ ਸਮਝ ਅਨੁਸਾਰ ਕਹਾਣੀ ਦੇ ਅਰਥ ਕੱਢ ਰਹੇ ਸਨ। ਉਸੇ ਸਮੇਂ ਬਾਦਸ਼ਾਹ ਅਕਬਰ ਆਪਣੇ ਬਾਗ ਵਿੱਚ ਟਹਿਲ ਰਿਹਾ ਸੀ। ਉਸ ਦੇ ਨਾਲ ਫੌਜੀ ਸਲਾਹਕਾਰ ਮਨ ਸਿੰਘ ਸੀ। ਮਨ ਸਿੰਘ ਨੇ ਪੁੱਛਿਆ, ਜਹਾਂ-ਪਨਾਹ, ਬੀਰਬਲ ਦੇ ਜਵਾਬ ਨੇ ਤੁਹਾਡੇ ਮਨ ਵਿੱਚ ਕੀ ਬਦਲਿਆ? ਅਕਬਰ ਹੌਲੀ-ਹੌਲੀ ਬੋਲਿਆ, ਬੀਰਬਲ ਨੇ ਮੈਨੂੰ ਸਿਖਾਇਆ ਕਿ ਰਾਜ ਸਿਰਫ ਤਲਵਾਰ ਨਾਲ ਨਹੀਂ, ਵਿਚਾਰ ਨਾਲ ਚੱਲਦਾ ਹੈ। ਜਿਵੇਂ ਮੁਰਗੀ ਤੇ ਅੰਡੇ ਦਾ ਰਿਸ਼ਤਾ ਹੈ, ਰਾਜਾ ਤੇ ਪ੍ਰਜਾ ਦਾ ਵੀ ਹੈ। ਦੋਵੇਂ ਇੱਕ ਦੂਜੇ ਦੇ ਬਿਨਾਂ ਬੇਮਤਲਬ ਹਨ। ਮਨ ਸਿੰਘ ਨੇ ਸਿਰ ਝੁਕਾ ਕੇ ਕਿਹਾ, ਜਹਾਂ-ਪਨਾਹ, ਤੁਸੀਂ ਬੀਰਬਲ ਨੂੰ ਸਿਰਫ ਮੰਤਰੀ ਨਹੀਂ, ਦਰਸ਼ਨ ਸ਼ਾਸਤਰੀ ਕਹਿ ਸਕਦੇ ਹੋ। ਅਕਬਰ ਹੱਸ ਪਿਆ, ਹਾਂ ਮਨ ਸਿੰਘ, ਬੀਰਬਲ ਦਰਬਾਰ ਦਾ ਚਾਨਣ ਹੈ। ਉਸਨੇ ਮੈਨੂੰ ਸਿਖਾਇਆ ਕਿ ਹਰ ਸਵਾਲ ਦਾ ਜਵਾਬ ਨਹੀਂ ਲੱਭਣਾ ਚਾਹੀਦਾ। ਕੁਝ ਸਵਾਲ ਸਾਨੂੰ ਸੋਚਣ ਲਈ ਬਣਾਏ ਗਏ ਹਨ। ਸ਼ਾਮ ਨੂੰ ਬੀਰਬਲ ਆਪਣੇ ਘਰ ਦੇ ਆਂਗਣ ਵਿੱਚ ਬੈਠਾ ਸੀ। ਹਵਾ ਵਿੱਚ ਚੰਬੇ ਦੀ ਖੁਸ਼ਬੂ ਸੀ। ਉਸ ਦਾ ਸਹਾਇਕ ਰਾਮੂ ਚਾਹ ਲੈ ਕੇ ਆਇਆ ਤੇ ਪੁੱਛਿਆ, ਸਾਹਿਬ, ਤੁਸੀਂ ਸਭ ਨੂੰ ਸਮਝਾ ਦਿੱਤਾ ਕਿ ਪਹਿਲਾਂ ਮੁਰਗੀ ਆਈ, ਪਰ ਤੁਹਾਡੇ ਦਿਲ ਵਿੱਚ ਕੀ ਸੱਚ ਹੈ? ਬੀਰਬਲ ਨੇ ਚਾਹ ਦਾ ਘੁੱਟ ਭਰਿਆ ਤੇ ਹੱਸਿਆ, ਰਾਮੂ, ਸੱਚ ਕਦੇ ਇੱਕ ਨਹੀਂ ਹੁੰਦਾ। ਸੱਚ ਉਹੀ ਹੈ ਜੋ ਲੋਕਾਂ ਨੂੰ ਜੀਵਨ ਦੇ ਨੇੜੇ ਲੈ ਜਾਵੇ। ਜੇ ਕਿਸੇ ਨੂੰ ਅੰਡੇ ਤੋਂ ਪ੍ਰੇਰਣਾ ਮਿਲੇ, ਉਹੀ ਸਹੀ ਹੈ। ਜੇ ਕਿਸੇ ਨੂੰ ਮੁਰਗੀ ਤੋਂ ਸਬਕ ਮਿਲੇ, ਉਹੀ ਸਹੀ ਹੈ। ਰਾਮੂ ਨੇ ਪੁੱਛਿਆ, ਤਾਂ ਕੀ ਤੁਸੀਂ ਕਹਿੰਦੇ ਹੋ ਕਿ ਦੋਵੇਂ ਇੱਕੋ ਜਿਹੇ ਮਹੱਤਵਪੂਰਨ ਹਨ? ਬੀਰਬਲ ਨੇ ਮੁਸਕਰਾਉਂਦੇ ਹੋਏ ਕਿਹਾ, ਰਾਮੂ, ਅੰਡਾ ਸ਼ੁਰੂਆਤ ਹੈ, ਮੁਰਗੀ ਅਨੁਭਵ। ਜੀਵਨ ਵਿੱਚ ਸ਼ੁਰੂਆਤ ਬਿਨਾਂ ਅਨੁਭਵ ਨਹੀਂ ਤੇ ਅਨੁਭਵ ਬਿਨਾਂ ਸ਼ੁਰੂਆਤ ਨਹੀਂ। ਦੋਵੇਂ ਮਿਲ ਕੇ ਹੀ ਜੀਵਨ ਦਾ ਚੱਕਰ ਬਣਾਉਂਦੇ ਹਨ। ਉਸਨੇ ਅਸਮਾਨ ਵੱਲ ਵੇਖਿਆ। ਚੰਦ ਚੜ੍ਹ ਰਿਹਾ ਸੀ। ਜਿਵੇਂ ਚੰਦ ਤੇ ਸੂਰਜ ਇੱਕ ਰਾਤ ਨੂੰ ਚਾਨਣ ਦਿੰਦਾ ਹੈ, ਦੂਜਾ ਦਿਨ ਨੂੰ। ਦੋਵੇਂ ਬਿਨਾਂ ਸੰਸਾਰ ਅਧੂਰਾ ਹੈ। ਅਗਲੇ ਦਿਨ ਅਕਬਰ ਨੇ ਫਿਰ ਦਰਬਾਰ ਵਿੱਚ ਐਲਾਨ ਕੀਤਾ, ਅੱਜ ਤੋਂ ਹਰ ਸਾਲ ਅਸੀਂ ਸਵਾਲ ਦਿਵਸ ਮਨਾਵਾਂਗੇ, ਜਿਸ ਦਿਨ ਹਰ ਕੋਈ ਇੱਕ ਨਵਾਂ ਸਵਾਲ ਲਿਆਵੇਗਾ, ਕਿਉਂਕਿ ਸਵਾਲ ਹੀ ਉਹ ਬੀਜ ਹਨ ਜਿਨ੍ਹਾਂ ਤੋਂ ਗਿਆਨ ਦੇ ਰੁੱਖ ਉੱਗਦੇ ਹਨ। ਉਸ ਦਿਨ ਤੋਂ ਅਕਬਰ ਦੇ ਦਰਬਾਰ ਵਿੱਚ ਇਹ ਰਿਵਾਜ ਬਣ ਗਿਆ। ਕੋਈ ਵੀ ਦਰਬਾਰੀ, ਚਾਹੇ ਛੋਟਾ ਹੋਵੇ ਜਾਂ ਵੱਡਾ, ਅਕਬਰ ਤੋਂ ਸਵਾਲ ਪੁੱਛ ਸਕਦਾ ਸੀ ਅਤੇ ਹਰ ਸਵਾਲ ਦਾ ਜਵਾਬ ਲੱਭਣ ਲਈ
ਬੀਰਬਲ ਦੀ ਸੋਚ ਨੂੰ ਯਾਦ ਕੀਤਾ ਜਾਂਦਾ ਸੀ। ਬੀਰਬਲ ਨੇ ਆਪਣੇ ਦਿਲ ਵਿੱਚ ਸੋਚਿਆ, ਜੇ ਹਰ ਮਨੁੱਖ ਆਪਣੇ ਸਵਾਲ ਦਾ ਜਵਾਬ ਖੁਦ ਲੱਭਣਾ ਸਿੱਖ ਲਵੇ ਤਾਂ ਸੰਸਾਰ ਅੰਡਿਆਂ ਤੇ ਮੁਰਗੀਆਂ ਦੇ ਝਗੜਿਆਂ ਵਿੱਚ ਨਹੀਂ, ਗਿਆਨ ਦੇ ਚਾਨਣ ਵਿੱਚ ਰਹੇਗਾ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇਗੀ। ਜੇਕਰ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦਿਓ। ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਕੇ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦਿਓ।